ਸ਼੍ਰੀ ਅਕਾਲ, ਨਮਸਕਾਰ, ਆਦਾਬ। ਪ੍ਰਵਾਸੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਨੋ ਯੋਰ ਰਾਈਟਸ ਦੇ ਸ਼ੋਅ ਦੇ ਵਿੱਚ ਸਵਾਗਤ ਹੈ। ਜਿੱਦਾਂ ਕਿ ਅਸੀਂ ਹਰ ਵੀਕਐਂਡ ਤੇ ਤੁਹਾਡੇ ਲਈ ਇਹ ਸ਼ੋਅ ਲੈ ਕੇ ਆਉਂਦੇ ਹਾਂ ਤੇ ਅਸੀਂ ਸਾਰੇ ਹੀ ਜਾਣਦੇ ਹਾਂ ਹਰ ਇੱਕ ਮੁਲਕ ਦੇ ਉੱਥੇ ਦੇ ਤੌਰ ਤਰੀਕਿਆਂ ਦੇ ਹਿਸਾਬ ਨਾਲ ਰੂਲਸ ਐਂਡ ਰੈਗੂਲੇਸ਼ਨਸ ਬਣਾਏ ਜਾਂਦੇ ਨੇ। ਤੇ ਜੇ ਅਸੀਂ ਗੱਲ ਕਰੀਏ ਕੈਨੇਡਾ ਦੀ, ਤੇ ਜਿੱਦਾਂ ਕਿ ਅਸੀਂ ਸਾਰੇ ਜਾਣਦੇ ਹਾਂ ਇਹ ਇੱਕ ਇਮੀਗ੍ਰੈਂਟ ਕੰਟਰੀ ਆ ਤੇ ਅਸੀਂ ਇਮੀਗ੍ਰੇਸ਼ਨਸ ਤੋਂ ਰਿਲੇਟਡ ਵੱਧ ਤੋਂ ਵੱਧ ਜਾਣਕਾਰੀ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਾਂ ਇਸ ਸ਼ੋਅ ਦੇ ਰਾਹੀਂ। ਤੇ ਜਿੱਦਾਂ ਕਿ ਅਸੀਂ ਪਿਛਲੇ ਵੀਕਐਂਡ ਤੇ ਮਿਲੇ ਸੀਗੇ ਨੰਦਾ ਲਾਇਰਸ ਐਂਡ ਐਸੋਸੀਏਟਸ ਤੋਂ ਮਨਦੀਪ ਚੌਧਰੀ ਤੇ ਵਸੀਮ ਸ਼ੇਖ ਜੀ ਦੇ ਨਾਲ, ਤੇ ਉਹਨਾਂ ਨਾਲ ਅਸੀਂ ਗੱਲਬਾਤ ਕੀਤੀ ਸੀਗੀ ਸਟੂਡੈਂਟ ਵੀਜ਼ਾ ਤੋਂ ਰਿਲੇਟਡ। ਅਸੀਂ ਉਸੇ ਟੌਪਿਕ ਨੂੰ ਕੰਟੀਨਿਊ ਕਰਦੇ ਹੋਏ ਸਭ ਤੋਂ ਪਹਿਲਾਂ ਮੈਂ ਉਹਨਾਂ ਦੋਨਾਂ ਦਾ ਸਵਾਗਤ ਕਰਦੀ ਹਾਂ ਇਸ ਸਟੂਡੀਓ ਦੇ ਵਿੱਚ। ਸਰ, ਤੁਹਾਡਾ ਦੋਨਾਂ ਦਾ ਬਹੁਤ-ਬਹੁਤ ਸਵਾਗਤ ਹੈ ਸਟੂਡੀਓ ਦੇ ਵਿੱਚ। ਜਿਹੜੇ ਸਟੂਡੈਂਟ ਵੀਜ਼ਾ ਰਿਫਿਊਜ਼ਲਸ ਹੁੰਦੇ ਨੇ ਇਹਦੇ ਬਾਰੇ ਸਰ ਥੋੜਾ ਜਿਹਾ ਮੈਨੂੰ ਤੁਸੀਂ ਐਕਸਪਲੇਨ ਕਰੋ। ਸਭ ਤੋਂ ਪਹਿਲਾਂ ਸਟੂਡੈਂਟ ਵੀਜ਼ਾ ਰਿਫਿਊਜ਼ਲ ਹੈਗਾ ਕਿ ਤੁਸੀਂ ਆਪਣੀ ਐਪਲੀਕੇਸ਼ਨ ਲਾਈ ਹੈ ਅਤੇ ਇਮੀਗ੍ਰੇਸ਼ਨ ਆਫਿਸਰ ਇਜ਼ ਆਈਦਰ ਨਾਟ ਕਨਵਿੰਸ ਕਿ ਤੁਸੀਂ ਬੋਨਾਫਾਈਡ ਸਟੂਡੈਂਟ ਹੋ ਜਾਂ ਤੁਸੀਂ ਵਾਪਸ ਨਹੀਂ ਜਾਓਗੇ। ਤੇ ਦੇਰ ਆਰ ਸਰਟਨ ਰੀਜ਼ਨਸ ਜਿਹਦੇ ਕਰਕੇ ਰਿਫਿਊਜ਼ਲ ਆਉਂਦੀ ਹੈ। ਤੇ ਰਿਫਿਊਜ਼ਲ ਦਾ ਮਤਲਬ ਇਹ ਨਹੀਂ ਹੈ ਕਿ ਤੁਹਾਡਾ ਵੀਜ਼ਾ ਰਿਫਿਊਜ਼ ਹੋ ਗਿਆ, ਤੁਹਾਡੇ ਕੋਲ ਕੋਈ ਆਪਸ਼ਨਸ ਨਹੀਂ ਹੈਗੇ। ਈਵਨ ਤੁਹਾਡੇ ਕੋਲ ਸਭ ਤੋਂ ਪਹਿਲਾਂ ਡਿਪੈਂਡ ਕਰਦਾ ਹੈ ਕਿ ਅਗਰ ਤੁਹਾਡਾ ਵੀਜ਼ਾ ਕਿੱਥੋਂ ਆਇਆ। ਈਵਨ ਇਫ ਤੁਸੀਂ ਵਿਦਿਨ ਕੈਨੇਡਾ ਲਾਇਆ, ਤੁਹਾਡੇ ਕੋਲ 15 ਦਿਨ ਹੈਗੇ ਵਿਦਿਨ ਵਿੱਚ ਤੁਸੀਂ ਇਹਨੂੰ ਅਪੀਲ ਕਰ ਸਕਦੇ ਹੋ ਫੈਡਰਲ ਕੋਰਟ 'ਚ। ਆਊਟਸਾਈਡ ਕੈਨੇਡਾ ਵਾਸਤੇ ਉਹਨਾਂ ਨੇ 60 ਡੇਜ਼ ਰੱਖੇ ਕਿਉਂਕਿ ਥੋੜ੍ਹਾ ਟਾਈਮ ਲੱਗਦਾ ਤੁਹਾਨੂੰ ਲੀਗਲ ਓਪੀਨੀਅਨ ਲੈਣ ਵਾਸਤੇ ਕਿ ਇਟਸ ਅ ਗੁੱਡ ਆਈਡੀਆ ਔਰ ਨਾਟ। ਫੈਡਰਲ ਕੋਰਟ ਦੀ ਅਪੀਲ ਦਾ ਮਤਲਬ ਹੈਗਾ ਕਿ ਤੁਸੀਂ ਇਮੀਗ੍ਰੇਸ਼ਨ ਕੈਨੇਡਾ ਨੂੰ ਕੋਰਟ 'ਚ ਲੈ ਕੇ ਜਾ ਰਹੇ ਹੋ ਕਿ ਜੋ ਵੀਜ਼ਾ ਆਫਿਸਰ ਉਹਦਾ ਡਿਸੀਜਨ ਗਲਤ ਹੈ ਤੇ ਉਹ ਡਿਸੀਜਨ ਨੂੰ ਕਿਸੇ ਹੋਰ ਵੀਜ਼ਾ ਆਫਿਸਰ ਕੋਲ ਦਿੱਤਾ ਜਾਏ। ਆਊਟਕਮ ਇਹਦਾ ਇਹ ਨਹੀਂ ਹੈ ਕਿ ਅਗਰ ਤੁਸੀਂ ਫੈਡਰਲ ਕੋਰਟ ਚਲੇ ਗਏ ਤਾਂ ਤੁਹਾਡੀ ਵੀਜ਼ਾ ਮਿਲ ਜਾਏਗਾ, ਬਟ ਸਿੰਪਲੀ ਹੋਏਗਾ ਕਿ ਤੁਹਾਡਾ ਜੋ ਵੀਜ਼ਾ ਹੈਗਾ ਡਿਫਰੈਂਟ ਵੀਜ਼ਾ ਆਫਿਸਰ ਕੋਲ ਗਿਆ ਐਂਡ ਕੰਸੀਡਰੇਸ਼ਨ ਉਹ ਦੁਬਾਰਾ ਕਰੇਗਾ। ਪਰ ਚਾਂਸਸ ਤੇ ਪ੍ਰੈਕਟਿਸ ਇਹੀ ਹੈਗੀ ਕਿ ਇੱਕ ਵਾਰ ਤੁਹਾਨੂੰ ਵੀਜ਼ਾ ਤੁਸੀਂ ਫੈਡਰਲ ਕੋਰਟ ਜਾ ਕੇ ਤੁਸੀਂ ਆਪਣਾ ਕੇਸ ਵਿਨ ਕਰ ਦਿਓ, ਚਾਂਸਸ ਆਫ ਅਪਰੂਵਲ ਆਰ ਵੈਰੀ ਵੈਰੀ ਹਾਈ। ਦੇਰ ਇਜ਼ ਵੈਰੀ ਲੋ ਕੇਸਿਸ ਕਿ ਇੱਕ ਵਾਰ ਰਿਫਿਊਜ਼ਲ ਹੋਣ ਤੋਂ ਬਾਅਦ ਤੁਸੀਂ ਫੈਡਰਲ ਕੋਰਟ ਗਏ ਐਂਡ ਦੁਬਾਰਾ ਰਿਫਿਊਜ਼ਲ ਹੋ ਗਿਆ। ਇਟਸ ਵੈਰੀ ਕਮ ਜਨਰਲ। ਤੇ ਦੂਜੀ ਸਭ ਤੋਂ ਮੇਨ ਇੰਪੋਰਟੈਂਟ ਗੱਲ ਹੈਗੀ ਹੈ ਟਾਈਮ ਲਾਈਨ। ਫੈਡਰਲ ਕੋਰਟ 'ਚ ਜੋ ਟਾਈਮ ਲਾਈਨ ਹੈ ਇਹ ਅਮੈਂਡ ਨਹੀਂ ਹੋ ਸਕਦੀ। ਤੇ ਜਿੰਨੇ ਵੀ ਸਾਡੇ ਵਿਊਅਰ ਹੈਗੇ ਹੈ ਜੋ ਗੋ ਥਰੂ ਕਰ ਰਹੇ ਸਿਚੁਏਸ਼ਨ, ਤੇ ਮੇਰੀ ਸਭ ਤੋਂ ਪਹਿਲੀ ਉਹਨਾਂ ਨੂੰ ਇਹੀ ਰਿਕੁਐਸਟ ਹੋਏਗੀ ਜਾਂ ਉਹਨਾਂ ਨੂੰ ਸੁਜੈਸ਼ਨ ਹੋਏਗੀ ਕਿ ਦੇ ਸ਼ੁੱਡ ਫੋਲੋ ਅਪ ਰਾਈਟ ਅਵੇ ਵਿਦ ਦ ਲਾਇਰ ਇਨ ਦਿਸ ਇੰਸਟੈਂਸ, ਤਾਂ ਕਿ ਉਹਨਾਂ ਨੂੰ ਪਤਾ ਚੱਲੇ ਕਿ ਉਹ ਆਪਣੇ ਕੋਲ ਆਪਸ਼ਨਸ ਕੀ ਹੈਗੇ। ਚਾਹੇ ਤੁਸੀਂ ਆਪਣੇ ਸਾਡਾ ਆਫਿਸ ਇੰਡੀਆ 'ਚ ਵੀ ਹੈਗਾ ਅਤੇ ਆਪਣਾ ਕੈਨੇਡੀਅਨ ਆਫਿਸ ਵੀ ਹੈਗਾ, ਵੀ ਕੈਨ ਪ੍ਰੋਵਾਈਡ ਯੂ ਵਿਦ ਦ ਗਾਈਡੈਂਸ ਐਨੀ ਟਾਈਮ। ਤੁਸੀਂ ਸਕਰੀਨ 'ਤੇ ਨੰਬਰ ਜੋ ਹੈਗਾ ਉਹਨਾਂ 'ਤੇ ਫੋਲੋ ਅਪ ਕਰ ਸਕਦੇ ਹੋ। ਸਰ, ਜਿੱਦਾਂ ਕਿ ਤੁਸੀਂ ਹੁਣੇ ਮੈਂਸ਼ਨ ਕੀਤਾ ਵੀ ਜਦੋਂ ਵੀਜ਼ਾ ਰਿਫਿਊਜ਼ ਹੁੰਦਾ ਐਂਡ ਬੱਚਿਆਂ ਕੋਲ ਰਾਈਟ ਹੁੰਦਾ ਆ ਸਿੱਧਾ ਕੋਰਟ ਦੇ ਵਿੱਚ ਅਪੀਲ ਕਰਨ ਦਾ। ਸੋ ਸਰ, ਇਹਦੇ ਵਿੱਚ ਮੈਂ ਤੁਹਾਨੂੰ ਪੁੱਛਣਾ ਚਾਹੂੰਗੀ ਵੀ ਜੇ ਫਸਟ ਟਾਈਮ ਰਿਫਿਊਜ਼ਲ ਹੁੰਦਾ ਆ, ਕਈ ਵਾਰ ਰਿਫਿਊਜ਼ਲ ਦੇ ਵਿੱਚ ਉਹਨਾਂ ਨੇ ਰੀਜ਼ਨ ਵੀ ਮੈਂਸ਼ਨ ਕੀਤਾ ਹੁੰਦਾ ਵੀ ਇਹ ਰੀਜ਼ਨਸ ਕਰਕੇ ਤੁਹਾਡਾ ਰਿਫਿਊਜ਼ਲ ਹੋਇਆ ਆ। ਸੋ ਇਜ਼ ਇਟ ਓਕੇ ਕਿ ਜੇ ਰੀਜ਼ਨਸ ਦਿੱਤੇ ਹੁੰਦੇ ਆ ਬੰਦਾ ਜਾਂ ਬੱਚਾ ਉਹ ਰੀਜ਼ਨਸ ਨੂੰ ਕਲੈਰੀਫਾਈ ਕਰਕੇ ਦੁਬਾਰਾ ਆਪਣੀ ਫਾਈਲ ਲਗਾ ਕੇ ਪਹਿਲਾਂ ਉਹ ਓਪਰਚੁਨਿਟੀ ਲਵੇ, ਪਹਿਲਾਂ ਉਹ ਚਾਂਸ ਲਵੇ, ਜਾਂ ਡਾਇਰੈਕਟਲੀ ਵੀ ਉਹ ਫੈਡਰਲ ਕੋਰਟ ਜਾ ਸਕਦਾ ਆ? ਬਹੁਤ ਵਧੀਆ ਕੁਐਸਚਨ ਹੈ, ਪਰ ਇਹਦਾ ਆਨਸਰ ਇੰਡੀਵਿਜੂਅਲ ਐਪਲੀਕੇਸ਼ਨ ਟੂ ਐਪਲੀਕੇਸ਼ਨ। ਬਿਲਕੁਲ, ਹਾਂਜੀ। ਅਗਰ ਕੋਈ ਐਪਲੀਕੇਸ਼ਨ ਤੇ ਅਗਰ ਇੱਕ ਸਿੰਪਲ ਉਹਨਾਂ ਨੇ ਕਿਹਾ ਹੈ ਕਿ ਯੂ ਵਿਲ ਨਾਟ ਗੋ ਬੈਕ, ਓਕੇ, ਇਟਸ ਅ ਵੈਰੀ ਜੈਨਰਿਕ ਰੀਜ਼ਨ ਜੀ, ਪਰ ਤੁਸੀਂ ਇਹ ਐਪਲੀਕੇਸ਼ਨ ਕਿੱਦਾਂ ਲਾਈ ਸੀ? ਤੇ ਇਟਸ ਵੈਰੀ ਇੰਪੋਰਟੈਂਟ ਕਿ ਜਦ ਅਗਰ ਸਾਡਾ ਆਫਿਸ ਇਹਨੂੰ ਪ੍ਰੋਸੈਸ ਕਰਦਾ ਹੈ, ਲੁੱਕ ਕਰਦਾ, ਮੈਂ ਹਮੇਸ਼ਾ ਐਪਲੀਕੇਸ਼ਨ ਨੂੰ ਵਿਊ ਕਰਦਾ ਕਿ ਐਪਲੀਕੇਸ਼ਨ ਕੀ ਲਾਇਆ ਸੀ, ਕੀ ਸਪੋਰਟਿੰਗ ਡਾਕੂਮੈਂਟ ਲਾਇਆ ਸੀ, ਉਹਦੇ ਬੇਸ ਤੇ ਡਿਸੀਜਨ ਮੇਕ ਕਰਨਾ ਚਾਹੀਦਾ। ਸੈਕੰਡ ਥਿੰਗ ਇਜ਼ ਇਟਸ ਅ ਗੁੱਡ ਆਪਸ਼ਨ ਆਲਸੋ। ਅਗਰ ਤੁਹਾਡੇ ਐਪਲੀਕੇਸ਼ਨ ਤੁਹਾਨੂੰ ਲੱਗਦਾ ਹੈ ਕਿ ਸਾਰਾ ਕੁਝ ਸਹੀ ਸੀ ਬਟ ਛੋਟੀ ਜਿਹੀ ਕਮੀ ਕਰਕੇ ਤੁਹਾਡੀ ਐਪਲੀਕੇਸ਼ਨ ਡਿਨਾਈ ਹੋ ਗਈ ਐਂਡ ਤੁਸੀਂ ਉਹ ਡਾਕੂਮੈਂਟ ਨਹੀਂ ਲਾਇਆ ਸੀ ਜੈਨੂਇਨਲੀ, ਫਿਰ ਦੈਨ ਆਪਸ਼ਨ ਇਜ਼ ਟੂ ਰੀਅਪਲਾਈ ਐਂਡ ਰੀਅਪਲਾਈ ਇੰਕਲੂਡਿੰਗ ਆਲ ਦ ਡਾਕੂਮੈਂਟਸ। ਠੀਕ ਹੈ, ਜਿੱਦਾਂ ਵਸੀਮ ਜੀ ਨੇ ਲਾਸਟ ਐਪੀਸੋਡ 'ਚ ਦੱਸਿਆ ਸੀ, ਏਟਿਪਸ ਨੋਟਸ ਨਾਲ ਬਹੁਤ ਬੈਨੀਫਿਟ ਹੁੰਦਾ ਇਹਦਾ, ਕਿਉਂਕਿ ਉਹ ਤੁਹਾਨੂੰ 30 ਡੇਜ਼ ਜਾਂ 35 ਜੋ ਵੀ ਟਾਈਮ ਲਾਈਨ ਹੈਗਾ ਉਹਦੇ ਵਿੱਚ ਤੁਹਾਨੂੰ ਨੋਟਸ ਪਤਾ ਚੱਲ ਜਾਂਦਾ ਕਿ ਵੀਜ਼ਾ ਆਫਿਸਰ ਦੇ ਕੰਸਰਨਸ ਕੀ ਸੀ। ਉਹ ਤੋਂ ਬਾਅਦ ਲਾਣੀ ਚਾਹੀਦੀ ਅਗਰ ਤੁਸੀਂ ਰੀਕਨਸੀਡਰੇਸ਼ਨ ਸੋਚ ਰਹੇ ਹੋ ਜਾਂ ਰੀਸਬਮਿਸ਼ਨ ਸੋਚ ਰਹੇ ਹੋ। ਬਟ ਅਗਰ ਅਪੀਲ ਸੋਚ ਰਹੇ ਹੋ ਦੈਨ ਵੀ ਹੈਵ 60 ਡੇਜ਼। जी, बहुत वधिया गल कही। सर, तुसी कुछ ऐड करना चाहोगे ਇਹਦੇ ਵਿੱਚ? नहीं, आई एग्री विथ मनदीप जी, जो उन्होंने लास्ट में बताया। मैं उसी को एम्फेसिस करूंगा कि अगर आप रीअप्लाई करने का सोच रहे हो देन बेटर यू शुड गेट नोट्स ऑफ द वीज़ा ऑफिसर। आपका जो रिफ्यूज़ल होती है वो बहुत जेनरिक तरह का होता है, उसमें सिर्फ लिखते हैं कि यू डोंट हैव टाइज और वी आर रिफ्यूजिंग द एप्लीकेशन जस्ट बिकॉज यू आर नॉट गोइंग बैक। द एक्चुअल रीज़न आपका जो रिफ्यूज़ल का होता है वो उसमें नहीं होता है। दैट इज़ जस्ट अ कंक्लूजन ऑफ द ऑफिसर के एंड रिजल्ट क्या है उसका, आपकी एप्लीकेशन डिनाई हुई है या अप्रूव हुई है। Why the officer has concluded that, in order to review that you need to ask for notes of the officer, that is called ATIP notes, access to information। उसकी processing time 1 महीने की, जैसा मैंने last episode में बताया। You should always get those notes in order to
रिव्यू द एक्चुअल रीजंस जी। ऑफ दैट। एंड अगेन अगर आपकी रिफ्यूज़ल है उस टाइम पे मेरी रिकमेंडेशन होती है एक क्वालिफाइड इमिग्रेशन कंसल्टेंट या लॉयर जो है उसकी आप हेल्प लें, बिकॉज उसको रिव्यू करने में यू नीड सर्टेनली सम लीगल हेल्प कि भाई जी। किस रीज़न से किया है, कौन से सेक्शन में रिफ्यूज़ किया है उनको, वाई द ऑफिसर इज़ नॉट सेटिस्फाइड, बिल्कुल। व्हाट एडिशनल डॉक्यूमेंट्स यू नीड टू हैव इन ऑर्डर टू सेटिस्फाई दोज नीड्स। सो उस टाइम पे मेरी रिकमेंडेशन होगी कि आप कोई क्वालिफाइड लॉ फर्म जिसमें लाइसेंस इमिग्रेशन कंसल्टेंट और लॉयर है जो आपको हेल्प कर सकता है। जी, आपने बिल्कुल बहुत अच्छी इन्फॉर्मेशन ये दी है कि मैं भी अपने व्यूअर्स को यही कहूँगी कि अगर किसी की भी फाइल ਕਿਸੇ ਵੀ ਰੀਜ਼ਨ ਕਰਕੇ ਜੇ ਉਹਨਾਂ ਦੀ ਰਿਫਿਊਜ਼ਲ ਲੱਗ ਜਾਂਦੀ ਆ ਤਾਂ ਇਟਸ ਬੈਟਰ ਟੂ ਗੋ ਵਿਦ ATIP। ਉੱਥੇ ਜਾ ਕੇ ਤੁਸੀਂ ਫਾਰਮ ਫਿਲ ਕਰੋ, ਤੁਹਾਨੂੰ ਐਕਚੁਅਲ 'ਚ ਰਾਈਟ ਇਮੇਜ ਪਤਾ ਲੱਗਦੀ ਹੈ, ਰਾਈਟ ਰੀਜ਼ਨਸ ਪਤਾ ਲੱਗਦੇ ਨੇ ਵੀ ਤੁਹਾਡੇ ਰਿਫਿਊਜ਼ਲਸ ਦੇ ਰਾਈਟ ਕੀ ਕਾਰਨ ਸੀਗੇ ਉਹਦੇ ਪਿੱਛੇ, ਜਾਂ ਕਈ ਵਾਰ ਤੁਹਾਡੀ ਫਾਈਲ ਦਾ ਰਿਜ਼ਲਟ ਨਹੀਂ ਆਉਂਦਾ, ਉਹ ਹੋਲਡ 'ਤੇ ਰਹਿੰਦੀ ਹੈ, ਜਿੱਦਾਂ ਕਿ ਤੁਸੀਂ ਸਰ ਲਾਸਟ ਐਪੀਸੋਡ ਦੇ ਵਿੱਚ ਆਪਾਂ ਗੱਲ ਕੀਤੀ ਸੀਗੀ ਸਪਾਊਸਲ ਵੀਜ਼ਾ ਦੀ। ਸੋ ਮੈਂ ਉਹੀ ਕਹੂੰਗੀ ਵੀ ਜੇ ਤੁਹਾਡਾ ਕੁਝ ਵੀ ਇੱਦਾਂ ਦਾ ਕੋਈ ਰੀਜ਼ਨਸ ਆ ਤਾਂ ਤੁਸੀਂ ਇਹਦੇ ATIP ਫਾਰਮ ਦੇ ਥਰੂ ਉਹਦੀ ਜਾਣਕਾਰੀ ਲੈ ਸਕਦੇ ਹੋ ਐਂਡ ਤੁਹਾਨੂੰ ਬਿਲਕੁਲ ਇੱਕ ਰਾਈਟ ਐਕਚੁਅਲ ਇਮੇਜ ਉਹਦੇ ਬਾਰੇ ਪਤਾ ਲੱਗੂਗੀ। ਇੱਥੇ ਹੋ ਗਿਆ ਸਾਡਾ ਇੱਕ ਬ੍ਰੇਕ ਦਾ ਸਮਾਂ, ਮੈਂ ਲਵਾਂਗੀ ਇੱਕ ਛੋਟਾ ਜਿਹਾ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਅਸੀਂ ਫੇਰ ਮਿਲਦੇ ਹਾਂ।